ਤੁਸੀਂ ਸੁਣ ਰਹੇ ਹੋ ਕਿਤਾਬ ਤੁਹਾਡੇ ਅਵਚੇਤਨ ਮਨ ਦੀ ਸ਼ਕਤੀ। ਲੇਖਕ ਡਾਕਟਰ ਜੋਸਫ ਮਰਫੀ। ਚੌਥੇ ਭਾਗ ਵਿੱਚ ਸੁਣੋ ਪੁਰਾਤਨ ਕਾਲ ਵਿੱਚ ਮਾਨਸਿਕ ਉਪਚਾਰ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੁਗਾਂ ਯੁਗਾਂ ਤੋਂ ਹਰ ਵਹਾਂਦੀਪ ਪਰਿਵੇਸ਼ ਅਤੇ ਸੰਸਕ੍ਰਿਤੀ ਦੇ ਲੋਕ ਜਾਣਦੇ ਸਨ ਕਿ ਕਿਤੇ ਨਾ ਕਿਤੇ ਇੱਕ ਉਪਚਾਰਕ ਸ਼ਕਤੀ ਹੈ ਜਿਹੜੀ ਵਿਅਕਤੀ ਦੀ ਸਰੀਰਕ ਸਮਰੱਥਾਵਾਂ ਨੂੰ ਦੁਬਾਰਾ ਮੋੜ ਸਕਦੀ ਹੈ ਅਤੇ ਬਿਮਾਰੀ ਨੂੰ ਠੀਕ ਵੀ ਕਰ ਸਕਦੀ ਹੈ। ਉਹ ਮੰਨਦੇ ਸਨ ਕਿ ਇਹ ਰਹੱਸਮਈ ਸ਼ਕਤੀ ਕੁਝ ਵਿਸ਼ੇਸ਼ ਸਥਿਤੀਆਂ ਵਿੱਚ ਜਾਗਰਤ ਕੀਤੀ ਜਾ ਸਕਦੀ ਹੈ ਅਤੇ ਇਸ ਨੂੰ ਸਹੀ ਤਰੀਕੇ ਨਾਲ ਜਾਗਰਤ ਕਰਨ 'ਤੇ ਮਾਨਵੀ ਸੰਤਾਪ ਘੱਟ ਹੋ ਜਾਂਦੇ ਹਨ। ਸਾਰੇ ਦੇਸ਼ਾਂ ਦਾ ਇਤਿਹਾਸ ਇਸ ਵਿਸ਼ਵਾਸ ਦੀ ਗਵਾਹੀ ਭਰਦਾ ਹੈ। ਦੁਨੀਆ ਦੇ ਸ਼ੁਰੂਆਤੀ ਇਤਿਹਾਸ ਵਿੱਚ ਮਨੁੱਖਾਂ ਨੂੰ ਭਲੇ ਜਾਂ ਬੁਰੇ ਦੇ ਗੁਪਤ ਤਰੀਕੇ ਨਾਲ ਪ੍ਰਭਾਵਿਤ ਕਰਨ ਦਾ ਗਿਆਨ, ਜਿਸ ਵਿੱਚ ਬਿਮਾਰੀ ਦਾ ਉਪਚਾਰ ਵੀ ਸ਼ਾਮਲ ਸੀ, ਪੁਜਾਰੀਆਂ ਅਤੇ ਧਰਮ ਗੁਰੂਆਂ ਤੱਕ ਹੀ ਸੀਮਤ ਸੀ। ਇਹ ਦਾਅਵਾ ਕੀਤਾ ਜਾਂਦਾ ਸੀ ਕਿ ਈਸ਼ਵਰ ਨੇ ਉਹਨਾਂ ਨੂੰ ਕੁਝ ਵਿਸ਼ੇਸ਼ ਸ਼ਕਤੀਆਂ ਦਿੱਤੀਆਂ ਹਨ, ਜਿਨ੍ਹਾਂ ਵਿੱਚ ਉਪਚਾਰਕ ਸ਼ਕਤੀ ਵੀ ਸ਼ਾਮਲ ਸੀ। ਉਪਚਾਰ ਦੇ ਤਰੀਕੇ ਅਤੇ ਕਰਮਕਾਂਡ ਦੁਨੀਆ ਭਰ ਵਿੱਚ ਵੱਖ-ਵੱਖ ਸਨ, ਲੇਕਿਨ ਆਮ ਤੌਰ 'ਤੇ ਉਹਨਾਂ ਵਿੱਚ ਈਸ਼ਵਰ ਦੀ ਅਰਾਧਨਾ ਅਤੇ ਚੜ੍ਹਾਵਾ ਚਾੜ੍ਹਨਾ ਸ਼ਾਮਲ ਹੁੰਦਾ ਸੀ। ਇਸ ਤੋਂ ਇਲਾਵਾ ਅਨੇਕ ਤਰ੍ਹਾਂ ਦੀਆਂ ਧਾਰਮਿਕ ਰੀਤਾਂ ਅਤੇ ਕਰਮਕਾਂਡ ਵੀ ਕੀਤੇ ਜਾਂਦੇ ਸਨ, ਜਿਵੇਂ ਹੱਥ ਉੱਤੇ ਹੱਥ ਰੱਖਣਾ ਅਤੇ ਮੰਤਰਾਂ ਦਾ ਪ੍ਰਯੋਗ, ਤਵੀਜ਼ਾਂ, ਜੰਤਰ, ਅੰਗੂਠੀਆਂ, ਸਿਮਰਤੀ ਚਿੰਨ੍ਹਾਂ ਅਤੇ ਤਸਵੀਰਾਂ ਦਾ ਪ੍ਰਯੋਗ ਵੀ ਕੀਤਾ ਜਾਂਦਾ ਸੀ। ਉਦਾਹਰਨ ਲਈ, ਪ੍ਰਾਚੀਨ ਮੰਦਰਾਂ ਵਿੱਚ ਪੁਜਾਰੀ ਰੋਗੀਆਂ ਨੂੰ ਨਸ਼ੀਲਾ ਪਦਾਰਥ ਖਿਲਾਉਂਦੇ ਸਨ ਅਤੇ ਉਹਨਾਂ ਦੇ ਬੇਸੁਰਤ ਹੋ ਜਾਣ ਉੱਤੇ ਸਮੋਹਨ ਦੇ ਸੁਝਾਅ ਦਿੰਦੇ ਸਨ। ਮਰੀਜ਼ਾਂ ਨੂੰ ਭਰੋਸਾ ਦਿੱਤਾ ਜਾਂਦਾ ਸੀ ਕਿ ਉਹਨਾਂ ਨੂੰ ਨੀਂਦਰ ਵਿੱਚ ਈਸ਼ਵਰ ਦਿਖਾਈ ਦੇਣਗੇ ਅਤੇ ਉਹਨਾਂ ਦਾ ਉਪਚਾਰ ਹੋ ਜਾਵੇਗਾ। ਇਸ ਤਰ੍ਹਾਂ ਬਹੁਤ ਸਾਰੇ ਰੋਗੀ ਸਿਹਤਮੰਦ ਵੀ ਹੋਏ। ਹੀਕੈਟ ਦੇ ਭਗਤਾਂ ਨੂੰ ਕਿਹਾ ਗਿਆ ਕਿ ਉਹ ਰਾਲ, ਲੁਬਾਨ ਅਤੇ ਗੰਧ ਰਸ ਨੂੰ ਕੋੜ ਕਿੱਲੀਆਂ ਨਾਲ ਮਿਲਾ ਕੇ ਦੂਜ ਦੇ ਚੰਦ ਦੀ ਰੌਸ਼ਨੀ ਵਿੱਚ ਖੁੱਲ੍ਹੀ ਹਵਾ ਵਿੱਚ ਕੁੱਟਣ। ਇਸ ਅਜੀਬ ਤੇ ਰਹੱਸਮਈ ਰਸਮ ਤੋਂ ਬਾਅਦ ਦੇਵੀ ਦੀ ਆਰਾਧਨਾ ਕਰਦੇ ਸਨ, ਆਪਣਾ ਬਣਾਇਆ ਹੋਇਆ ਕਾੜਾ ਪੀਂਦੇ ਤੇ ਸੌਂ ਜਾਂਦੇ ਸਨ। ਜੇਕਰ ਉਹਨਾਂ ਦੀ ਆਸਥਾ ਦ੍ਰਿੜ ਹੁੰਦੀ ਤਾਂ ਉਹਨਾਂ ਨੂੰ ਸੁਪਨਿਆਂ ਵਿੱਚ ਦੇਵੀ ਨਜ਼ਰ ਆਉਂਦੀ ਸੀ। ਹਾਲਾਂਕਿ ਇਹ ਰਸਮ ਸਾਨੂੰ ਅਜੀਬ ਭਾਵੇਂ ਵਿਲੱਖਣ ਵੀ ਲੱਗੇ, ਲੇਕਿਨ ਇਸ ਦੇ ਬਾਵਜੂਦ ਇਸ ਨਾਲ ਅਕਸਰ ਰੋਗ ਠੀਕ ਹੋ ਜਾਂਦੇ ਸਨ। ਪ੍ਰਾਚੀਨ ਸਮੇਂ ਦੇ ਲੋਕਾਂ ਨੇ ਅਵਚੇਤਨ ਮਨ ਦੀ ਨਾ ਭਰੋਸੇਯੋਗ ਸ਼ਕਤੀ ਨੂੰ ਵਾਪਰਨ ਦੇ ਕਈ ਕਾਰਗਰ ਤਰੀਕੇ ਲੱਭ ਲਏ ਸਨ, ਜਿਨ੍ਹਾਂ ਨਾਲ ਉਹ ਉਪਚਾਰ ਕਰਦੇ ਸਨ। ਹਾਲਾਂਕਿ ਉਹ ਜਾਣਦੇ ਸਨ ਕਿ ਇਹ ਤਰੀਕੇ ਕਾਰਗਰ ਸਨ, ਲੇਕਿਨ ਉਹ ਇਹ ਵੀ ਨਹੀਂ ਸੀ ਜਾਣਦੇ ਕਿ ਉਹ ਕਿਵੇਂ ਤੇ ਕਿਉਂ ਕਾਰਗਰ ਸਨ। ਅੱਜ ਅਸੀਂ ਦੇਖ ਰਹੇ ਹਾਂ ਕਿ ਉਹ ਅਵਚੇਤਨ ਮਨ ਨੂੰ ਜ਼ੋਰਦਾਰ ਸੁਝਾਅ ਦੇ ਕੇ ਉਪਚਾਰ ਕਰ ਰਹੇ ਸਨ। ਧਾਰਮਿਕ ਰੀਤਾਂ, ਕਾੜੇ ਅਤੇ ਤਵੀਜ਼ ਲੋਕਾਂ ਦੀ ਕਲਪਨਾ ਉੱਤੇ ਡੂੰਘਾ ਅਸਰ ਪਾਉਂਦੇ ਸਨ। ਇਸ ਦੇ ਕਾਰਨ ਉਹਨਾਂ ਦਾ ਅਵਚੇਤਨ ਮਨ ਉਪਚਾਰਕ ਦੇ ਹਠੀ ਸੁਝਾਵਾਂ ਨੂੰ ਆਸਾਨੀ ਨਾਲ ਸਵੀਕਾਰ ਕਰ ਲੈਂਦਾ ਸੀ। ਬਹਰਹਾਲ, ਉਪਚਾਰ ਦਾ ਕੰਮ ਮਰੀਜ਼ ਦਾ ਅਵਚੇਤਨ ਮਨ ਹੀ ਕਰਦਾ ਸੀ। ਹਰ ਯੁੱਗ ਵਿੱਚ ਇੰਝ ਹੀ ਹੋਇਆ ਹੈ ਕਿ ਜਿੱਥੇ ਵਾਕਾਰੀ ਉਪਚਾਰ ਅਸਫਲ ਹੋ ਗਏ ਅਤੇ ਮਰੀਜ਼ਾਂ ਨੇ ਆਸ ਛੱਡ ਦਿੱਤੀ, ਉੱਥੇ ਗੈਰ ਵਾਕਾਰੀ ਉਪਚਾਰਕਾਂ ਨੂੰ ਅਲੌਕਿਕ ਸਫਲਤਾ ਮਿਲੀ। ਇਹ ਸੋਚਣ 'ਤੇ ਮਜਬੂਰ ਕਰਦਾ ਹੈ, ਦੁਨੀਆ ਦੇ ਸਾਰੇ ਹਿੱਸਿਆਂ ਵਿੱਚ ਇਹਨਾਂ ਉਪਚਾਰਕਾਂ ਨੇ ਇਹ ਇਲਾਜ ਕਿਵੇਂ ਕੀਤੇ। ਇਸ ਦਾ ਜਵਾਬ ਬਹੁਤ ਸੌਖਾ ਹੈ। ਇਹ ਉਪਚਾਰ ਇਸ ਲਈ ਹੋਏ ਕਿਉਂਕਿ ਰੋਗੀ ਦੇ ਅੰਧ ਵਿਸ਼ਵਾਸ ਨੇ ਉਸ ਦੇ ਅਵਚੇਤਨ ਮਨ ਵਿੱਚ ਉਪਚਾਰਕ ਸ਼ਕਤੀ ਨੂੰ ਮੁਕਤ ਕਰ ਦਿੱਤਾ। ਉਪਚਾਰਕਾਂ ਦੇ ਇਲਾਜ ਅਤੇ ਤਰੀਕੇ ਜਿੰਨੇ ਕਲਪਨਾਸ਼ੀਲ ਅਤੇ ਅਜੀਬ ਹੁੰਦੇ ਸਨ, ਇਸ ਗੱਲ ਦੀ ਓਨੀ ਹੀ ਸੰਭਾਵਨਾ ਹੁੰਦੀ ਸੀ ਕਿ ਰੋਗੀ ਇਹ ਯਕੀਨ ਕਰ ਲਵੇ ਕਿ ਇੰਨੀ ਅਜੀਬ ਚੀਜ਼ ਨਿਸ਼ਚਿਤ ਤੌਰ 'ਤੇ ਅਸਾਧਾਰਨ ਅਤੇ ਸ਼ਕਤੀਸ਼ਾਲੀ ਹੋਵੇਗੀ। ਉਤੇਜਿਤ ਭਾਵਨਾਤਮਕ ਅਵਸਥਾ ਦੇ ਕਾਰਨ ਉਹਨਾਂ ਲਈ ਚੇਤਨ ਅਤੇ ਅਵਚੇਤਨ ਮਨ ਵਿੱਚ ਸਿਹਤ ਦੇ ਸੁਝਾਅ ਨੂੰ ਸਵੀਕਾਰ ਕਰਨਾ ਸੌਖਾ ਹੋ ਜਾਂਦਾ ਸੀ। ਇਸ ਵਿਸ਼ੇ 'ਤੇ ਅਸੀਂ ਅਗਲੇ ਅਧਿਆਇ ਵਿੱਚ ਹੋਰ ਵਿਸਤਾਰ ਨਾਲ ਗੱਲ ਕਰਾਂਗੇ। ਅਵਚੇਤਨ ਸ਼ਕਤੀਆਂ ਦੇ ਪ੍ਰਯੋਗ ਉੱਤੇ ਬਾਈਬਲ ਦੇ ਪ੍ਰਸੰਗ। ਜਿਹੜੀਆਂ ਵੀ ਚੀਜ਼ਾਂ ਦੀ ਤੁਸੀਂ ਇੱਛਾ ਕਰਦੇ ਹੋ, ਪ੍ਰਾਰਥਨਾ ਕਰਦੇ ਸਮੇਂ
ਇਹ ਵਿਸ਼ਵਾਸ ਕਰੋ ਕਿ ਤੁਹਾਨੂੰ ਉਹ ਮਿਲ ਰਹੀਆਂ ਹਨ ਤੇ ਉਹ ਤੁਹਾਨੂੰ ਮਿਲ ਜਾਵੇਗੀ। ਇਸ ਵਾਕ ਨੂੰ ਦੁਬਾਰਾ ਪੜ੍ਹੋ ਅਤੇ ਕਾਲ ਦੇ ਫਰਕ ਉੱਤੇ ਗੌਰ ਕਰੋ। ਵਿਸ਼ਵਾਸ ਹੋਰ ਮਿਲ ਰਿਹਾ ਹੈ, ਵਰਤਮਾਨ ਕਾਲ ਵਿੱਚ ਹੈ, ਲੇਕਿਨ ਮਿਲ ਜਾਵੇਗੀ ਭਵਿੱਖ ਕਾਲ ਵਿੱਚ ਹੈ। ਪ੍ਰੇਰਿਤ ਲਿਖਾਰੀ ਸਾਨੂੰ ਵਿਆਕਰਨ ਦੇ ਇਸ ਨਿੱਕੇ ਜਿਹੇ ਅੰਤਰ ਤੋਂ ਬਹੁਤ ਹੀ ਮਹੱਤਵਪੂਰਨ ਗੱਲ ਦੱਸ ਰਿਹਾ ਹੈ। ਜੇਕਰ ਅਸੀਂ ਇਸ ਤੱਥ ਨੂੰ ਸੱਚ ਮੰਨ ਲੈਂਦੇ ਅਤੇ ਸਵੀਕਾਰ ਕਰ ਲੈਂਦੇ ਹਾਂ ਕਿ ਸਾਡੀ ਇੱਛਾ ਵਰਤਮਾਨ ਵਿੱਚ ਹੀ ਪੂਰੀ ਹੋ ਚੁੱਕੀ ਹੈ, ਤਾਂ ਇਹ ਭਵਿੱਖ ਵਿੱਚ ਜ਼ਰੂਰ ਪੂਰੀ ਹੋਵੇਗੀ। ਇਸ ਤਕਨੀਕ ਦੀ ਸਫਲਤਾ ਇਸ ਵਿਸ਼ਵਾਸ ਵਿੱਚ ਹੈ ਕਿ ਵਿਚਾਰ ਜਾਂ ਤਸਵੀਰ ਮਨ ਵਿੱਚ ਵਾਸਤਵਿਕਤਾ ਦਾ ਰੂਪ ਲੈ ਚੁੱਕੀ ਹੈ। ਮਸਤਿਸ਼ਕ ਦੇ ਖੇਤਰ ਵਿੱਚ ਕਿਸੇ ਚੀਜ਼ ਨੂੰ ਸਾਕਾਰ ਕਰਨ ਲਈ ਇਸ ਨੂੰ ਸੱਚਮੁੱਚ ਮੌਜੂਦ ਮੰਨਣਾ ਹੋਵੇਗਾ। ਇਸ ਡੂੰਘੇ ਸ਼ਬਦ ਵਿਚਾਰ ਦੀ ਰਚਨਾਤਮਕ ਸ਼ਕਤੀ ਦੇ ਪ੍ਰਯੋਗ ਰਾਹੀਂ ਅਵਚੇਤਨ ਉੱਤੇ ਆਪਣੀ ਮਨ ਭਾਉਂਦੀ ਚੀਜ਼ ਦੀ ਛਾਪ ਛੱਡਣ ਦਾ ਸੰਖੇਪ ਅਤੇ ਵਿਸ਼ੇਸ਼ ਤਰੀਕਾ ਸੁਝਾਉਂਦੇ ਹਨ। ਤੁਹਾਡਾ ਵਿਚਾਰ ਯੋਜਨਾ ਦਾ ਉਦੇਸ਼ ਆਪਣੇ ਸਤਰ ਉੱਤੇ ਓਨਾ ਹੀ ਵਾਸਤਵਿਕ ਹੈ ਜਿੰਨਾ ਕਿ ਤੁਹਾਡਾ ਹੱਥ ਜਾਂ ਹਿਰਦਾ। ਬਾਈਬਲ ਦੀ ਇਸ ਤਕਨੀਕ ਦਾ ਪਾਲਣ ਕਰਨ ਤੇ ਤੁਸੀਂ ਆਪਣੇ ਮਨ ਤੋਂ ਸਥਿਤੀਆਂ ਜਾਂ ਕਿਸੇ ਵੀ ਇਹੋ ਜਿਹੀ ਚੀਜ਼ ਦੇ ਸਾਰੇ ਵਿਚਾਰ ਬਿਲਕੁਲ ਖਤਮ ਕਰ ਦਿੰਦੇ ਹੋ ਜਿਸ ਨਾਲ ਨਕਾਰਾਤਮਕ ਨਤੀਜਾ ਮਿਲ ਸਕਦਾ ਹੋਵੇ। ਤੁਸੀਂ ਆਪਣੇ ਮਨ ਵਿੱਚ ਇੱਕ ਬੀਜ ਸੰਕਲਪ ਬੀਜਦੇ ਹੋ। ਜੇਕਰ ਤੁਸੀਂ ਜਿਉਂ ਦਾ ਤਿਉਂ ਛੱਡ ਦਿਓ ਤਾਂ ਇਹ ਹਮੇਸ਼ਾ ਬਾਹਰੀ ਫਲ ਵਿੱਚ ਪੁੰਗਰੇਗਾ। ਈਸਾ ਮਸੀਹ ਜਿਸ ਮਹੱਤਵਪੂਰਨ ਨੀਂਹ ਉੱਤੇ ਜ਼ੋਰ ਦਿੰਦੇ ਸਨ ਉਹ ਸੀ ਆਸਥਾ। ਤੁਸੀਂ ਬਾਈਬਲ ਵਿੱਚ ਇਹ ਗੱਲ ਵਾਰ-ਵਾਰ ਪੜ੍ਹਦੇ ਹੋ, ਤੁਹਾਡੀ ਆਸਥਾ ਦੇ ਅਨੁਸਾਰ ਤੁਹਾਨੂੰ ਦਿੱਤਾ ਜਾਵੇਗਾ। ਜੇਕਰ ਤੁਸੀਂ ਜ਼ਮੀਨ ਵਿੱਚ ਨਿਸ਼ਚਿਤ ਪ੍ਰਕਾਰ ਦੇ ਬੀਜ ਬੀਜਦੇ ਹੋ ਤਾਂ ਤੁਸੀਂ ਆਸਥਾ ਰੱਖੋ ਕਿ ਤੁਹਾਨੂੰ ਉਸੇ ਚੀਜ਼ ਦਾ ਫਲ ਮਿਲੇਗਾ ਜਿਸ ਦਾ ਬੀਜ ਤੁਸੀਂ ਬੀਜਿਆ ਹੈ। ਇਹ ਬੀਜਣ ਦਾ ਤਰੀਕਾ ਹੈ। ਵਿਕਾਸ ਅਤੇ ਖੇਤੀਬਾੜੀ ਦੇ ਨਿਯਮਾਂ ਮੁਤਾਬਕ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਬੀਜ ਦਾ ਉਹੀ ਫਲ ਮਿਲੇਗਾ। ਬਾਈਬਲ ਵਿੱਚ ਜਿਸ ਆਸਥਾ ਦਾ ਵੇਰਵਾ ਹੈ ਉਹ ਸੋਚਣ ਦਾ ਇੱਕ ਤਰੀਕਾ ਹੈ, ਮਾਨਸਿਕ ਨਜ਼ਰੀਆ ਹੈ, ਆਂਤਰਿਕ ਨਿਸ਼ਚਾ ਹੈ। ਤੁਸੀਂ ਜਾਣਦੇ ਹੋ ਕਿ ਜਿਸ ਵਿਚਾਰ ਨੂੰ ਤੁਸੀਂ ਚੇਤਨ ਮਨ ਵਿੱਚ ਪੂਰੀ ਤਰ੍ਹਾਂ ਸਵੀਕਾਰ ਕਰ ਲੈਂਦੇ ਹੋ ਉਹ ਤੁਹਾਡੇ ਅਵਚੇਤਨ ਮਨ ਵਿੱਚ ਸਾਕਾਰ ਅਤੇ ਪ੍ਰਗਟ ਹੋਵੇਗਾ। ਆਸਥਾ ਇੱਕ ਤਰ੍ਹਾਂ ਨਾਲ ਉਸ ਨੂੰ ਸੱਚ ਮੰਨਦਾ ਹੈ ਜਿਸ ਨੂੰ ਤੁਹਾਡੀ ਤਰਕ ਸ਼ਕਤੀ ਤੇ ਇੰਦਰੀਆਂ ਅਸਵੀਕਾਰ ਕਰ ਦਿੰਦੀਆਂ ਹਨ। ਇਹ ਆਪਣੇ ਨਿੱਕੇ ਤਾਰਕਿਕ ਵਿਸ਼ਲੇਸ਼ਣਾਤਮਕ ਚੇਤਨ ਮਨ ਦੀ ਗੱਲ ਸੁਣਨ ਤੋਂ ਇਨਕਾਰ ਕਰਨਾ ਹੈ। ਇਹ ਤਾਂ ਆਪਣੇ ਅਵਚੇਤਨ ਮਨ ਦੀ ਆਂਤਰਿਕ ਸ਼ਕਤੀ ਉੱਤੇ ਪੂਰਾ ਵਿਸ਼ਵਾਸ ਦਾ ਨਜ਼ਰੀਆ ਰੱਖਣਾ ਹੈ। ਇੱਥੇ ਬਾਈਬਲ ਦੀ ਉਪਚਾਰ ਤਕਨੀਕ ਦਾ ਇੱਕ ਬੜਾ ਮਸ਼ਹੂਰ ਉਦਾਹਰਣ ਹੈ। ਅਤੇ ਜਦੋਂ ਉਹ ਘਰ ਵਿੱਚ ਆਏ ਤਾਂ ਉਹਨਾਂ ਦੇ ਕੋਲ ਅੰਨ੍ਹੇ ਬੰਦੇ ਆਏ ਅਤੇ ਈਸਾ ਮਸੀਹ ਨੇ ਉਹਨਾਂ ਤੋਂ ਪੁੱਛਿਆ, ਤੁਹਾਨੂੰ ਵਿਸ਼ਵਾਸ ਹੈ ਕਿ ਮੈਂ ਕਰਨ ਵਿੱਚ ਸਮਰੱਥ ਹਾਂ? ਉਹਨਾਂ ਨੇ ਕਿਹਾ, ਹਾਂ ਪ੍ਰਭੂ ਜੀ। ਫਿਰ ਉਹਨਾਂ ਨੇ ਉਹਨਾਂ ਅੰਨ੍ਹੀਆਂ ਅੱਖਾਂ ਨੂੰ ਛੂਹ ਕੇ ਕਿਹਾ, ਤੁਹਾਡੀ ਆਸਥਾ ਦੇ ਅਨੁਰੂਪ ਤੁਹਾਨੂੰ ਮਿਲੇ। ਅਤੇ ਉਹਨਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਈਸਾ ਮਸੀਹ ਨੇ ਉਹਨਾਂ ਨੂੰ ਸਖਤ ਹਦਾਇਤ ਦਿੱਤੀ ਕਿ ਇਸ ਗੱਲ ਦਾ ਕਿਸੇ ਨੂੰ ਪਤਾ ਨਹੀਂ ਚੱਲਣਾ ਚਾਹੀਦਾ। ਤੁਹਾਡੀ ਆਸਥਾ ਦੇ ਅਨੁਰੂਪ ਹੀ ਤੁਹਾਨੂੰ ਮਿਲੇ, ਇਹ ਕਹਿ ਕੇ ਈਸਾ ਮਸੀਹ ਅੰਨ੍ਹੇ ਵਿਅਕਤੀਆਂ ਦੇ ਅਵਚੇਤਨ ਮਨ ਤੋਂ ਸਹਿਯੋਗ ਮੰਗ ਰਹੇ ਸਨ। ਉਹਨਾਂ ਦੀ ਆਸਥਾ ਉਹਨਾਂ ਸਭ ਤੋਂ ਬੜੀ ਆਸ ਸੀ। ਉਹਨਾਂ ਦੀ ਆਂਤਰਿਕ ਭਾਵਨਾ ਸੀ। ਉਹਨਾਂ ਦਾ ਆਂਤਰਿਕ ਵਿਸ਼ਵਾਸ ਸੀ ਕਿ ਕੋਈ ਚਮਤਕਾਰ ਹੋਵੇਗਾ ਅਤੇ ਉਹਨਾਂ ਦੀ ਪ੍ਰਾਰਥਨਾ ਦਾ ਜਵਾਬ ਮਿਲੇਗਾ। ਅਤੇ ਇੰਜ ਹੀ ਹੋਇਆ। ਇਹ ਉਪਚਾਰ ਦੀ ਸਨਾਤਨ ਤਕਨੀਕ ਹੈ ਜਿਸ ਦਾ ਪ੍ਰਯੋਗ ਦੁਨੀਆ ਭਰ ਦੇ ਸਾਰੇ ਉਪਚਾਰਕ ਸਮੂਹ ਕਰਦੇ ਹਨ, ਭਾਵੇਂ ਉਹ ਕਿਸੇ ਵੀ ਧਾਰਮਿਕ ਪੰਥ ਦੇ ਹੋਣ। ਇਹ ਗੱਲ ਕਿਸੇ ਨੂੰ ਪਤਾ ਨਹੀਂ ਚੱਲਣੀ ਚਾਹੀਦੀ। ਇਹ ਕਹਿ ਕੇ ਈਸਾ ਮਸੀਹ ਠੀਕ ਹੋਏ ਰੋਗੀਆਂ ਨੂੰ ਪ੍ਰੇਰਿਤ ਕਰ ਰਹੇ ਸਨ ਕਿ ਉਹ ਆਪਣੇ ਉਪਚਾਰ ਦੇ ਬਾਰੇ ਕਿਸੇ ਨੂੰ ਨਾ ਦੱਸਣ। ਜੇਕਰ ਰੋਗੀ ਲੋਕਾਂ ਨੂੰ ਦੱਸਣਗੇ ਤਾਂ ਅਵਿਸ਼ਵਾਸ ਕਰਨ ਵਾਲੇ ਲੋਕ ਸ਼ੱਕ ਕਰਦੇ ਅਤੇ ਅਪਮਾਨਜਨਕ ਆਲੋਚਨਾ ਕਰ ਉਹਨਾਂ ਨੂੰ ਸਤਾਉਂਦੇ। ਇਸ ਨਾਲ ਉਹ ਲਾਹਾ ਵੀ ਘੱਟ ਹੋ ਸਕਦਾ ਸੀ ਜਿਹੜਾ ਈਸਾ ਮਸੀਹ ਦੇ ਹੱਥਾਂ ਨਾਲ ਉਹਨਾਂ ਨੂੰ ਮਿਲਿਆ ਸੀ, ਕਿਉਂਕਿ ਇਸ ਨਾਲ ਉਹਨਾਂ ਦੇ ਅਵਚੇਤਨ ਮਨ ਵਿੱਚ ਡਰ, ਸ਼ੰਕਾ ਤੇ ਤਣਾਅ ਦੇ ਵਿਚਾਰ ਭਰ ਜਾਂਦੇ। ਅਧਿਕਾਰ ਤੇ ਸ਼ਕਤੀ ਨਾਲ ਉਹਨਾਂ ਨੇ ਗੰਦੀ ਆਤਮਾਵਾਂ ਨੂੰ ਆਦੇਸ਼ ਦਿੱਤਾ
ਅਤੇ ਉਹ ਬਾਹਰ ਆ ਗਈਆਂ। ਜਦੋਂ ਰੋਗੀ ਈਸਾ ਮਸੀਹ ਦੇ ਕੋਲ ਠੀਕ ਹੋਣ ਲਈ ਆਏ ਤਾਂ ਉਹਨਾਂ ਦਾ ਉਪਚਾਰ ਉਹਨਾਂ ਦੀ ਆਸਥਾ ਅਤੇ ਈਸਾ ਮਸੀਹ ਦੀ ਅਵਚੇਤਨ ਮਨ ਦੀ ਉਪਚਾਰਕ ਸ਼ਕਤੀ ਦੀ ਸਮਝ ਨਾਲ ਹੋ ਗਿਆ। ਈਸਾ ਮਸੀਹ ਨੇ ਜਿਹੜੇ ਵੀ ਆਦੇਸ਼ ਦਿੱਤੇ ਅੰਦਰੋਂ ਉਸ ਨੂੰ ਸੱਚ ਮੰਨਿਆ। ਉਹ ਹੋਰ ਮਦਦ ਮੰਗ ਰਹੇ ਲੋਕ ਇੱਕੋ ਹੀ ਸਦੀਵੀ ਕਲਪਨਾਵਾਦੀ ਮਸਤਿਸ਼ਕ ਵਿੱਚ ਸਨ। ਈਸਾ ਮਸੀਹ ਦੇ ਅੰਦਰੂਨੀ ਗਿਆਨ ਤੇ ਉਪਚਾਰਕ ਸ਼ਕਤੀ ਦੇ ਵਿਸ਼ਵਾਸ ਨੇ ਰੋਗੀਆਂ ਦੇ ਅਵਚੇਤਨ ਦੇ ਨਕਾਰਾਤਮਕ ਵਿਨਾਸ਼ਕ ਸਰੂਪ ਨੂੰ ਹੀ ਬਦਲ ਦਿੱਤਾ। ਆਂਤਰਿਕ ਬਦਲਾਅ ਦੇ ਨਤੀਜਤਨ ਇਲਾਜ ਆਪਣੇ ਆਪ ਹੀ ਹੋ ਗਿਆ। ਉਹਨਾਂ ਦਾ ਆਦੇਸ਼ ਮਰੀਜ਼ਾਂ ਦੇ ਅਵਚੇਤਨ ਮਨ ਨੂੰ ਕੀਤਾ ਗਿਆ ਨਿਵੇਦਨ ਸੀ। ਨਾਲ ਹੀ ਉਹਨਾਂ ਨੇ ਹੱਕ ਨਾਲ ਇਸ ਲਈ ਬੋਲਿਆ ਸੀ ਕਿਉਂਕਿ ਉਹ ਜਾਣਦੇ ਸਨ ਕਿ ਅਵਚੇਤਨ ਮਨ ਤਾਂ ਹੀ ਪ੍ਰਤੀਕਿਰਿਆ ਕਰੇਗਾ। ਅਵਚੇਤਨ ਮਨ ਦੀ ਪ੍ਰਤੀਕਿਰਿਆ ਦੇ ਬਾਰੇ ਉਹ ਜਾਗਰੂਕ ਸਨ ਅਤੇ ਉਹਨਾਂ ਨੂੰ ਇਸ 'ਤੇ ਪੂਰਾ ਭਰੋਸਾ ਸੀ। ਦੁਨੀਆ ਦੇ ਵਿਭਿੰਨ ਧਾਰਮਿਕ ਥਾਵਾਂ ਵਿੱਚ ਚਮਤਕਾਰ। ਹਰ ਮਹਾਂਦੀਪ, ਹਰ ਦੇਸ਼ ਵਿੱਚ ਇਹੋ ਜਿਹੇ ਧਾਰਮਿਕ ਸਥਾਨ ਹਨ ਜਿੱਥੇ ਰੋਗੀਆਂ ਦਾ ਉਪਚਾਰ ਕੀਤਾ ਜਾਂਦਾ ਹੈ। ਕੁਝ ਸਾਰੀ ਦੁਨੀਆ ਵਿੱਚ ਮਸ਼ਹੂਰ ਹਨ, ਬਾਕੀਆਂ ਦਾ ਪਤਾ ਸਿਰਫ ਆਸੇ-ਪਾਸੇ ਦੇ ਲੋਕਾਂ ਨੂੰ ਹੁੰਦਾ ਹੈ, ਭਾਵੇਂ ਉਹ ਮਸ਼ਹੂਰ ਹੋਣ ਜਾਂ ਨਹੀਂ। ਇਹਨਾਂ ਧਾਰਮਿਕ ਥਾਵਾਂ 'ਤੇ ਜਿਹੜਾ ਉਪਚਾਰ ਹੁੰਦਾ ਹੈ ਉਹ ਅਵਚੇਤਨ ਮਨ ਦੀ ਸ਼ਕਤੀ ਨਾਲ ਹੀ ਹੁੰਦਾ ਹੈ। ਮੈਂ ਜਾਪਾਨ ਦੇ ਕਈ ਮਸ਼ਹੂਰ ਥਾਵਾਂ ਦੀ ਯਾਤਰਾ ਕੀਤੀ ਹੈ। ਡਾਇਬੁਟਸੂ ਦਾ ਧਾਰਮਿਕ ਥਾਂ ਦੁਨੀਆ ਭਰ ਵਿੱਚ ਮਸ਼ਹੂਰ ਹੈ। ਇਸ ਦਾ ਮੁੱਖ ਆਕਰਸ਼ਣ ਬੁੱਧ ਦੀ ਕਾਂਸੇ ਦੀ ਵਿਸ਼ਾਲ ਮੂਰਤੀ ਹੈ ਜਿਹੜੀ ਕਿ 42 ਫੁੱਟ ਉੱਚੀ ਹੈ। ਇਸ ਵਿੱਚ ਬੁੱਧ ਹੱਥ ਬੰਨ੍ਹੇ ਹੋਏ ਬੈਠੇ ਹਨ ਅਤੇ ਉਹਨਾਂ ਦਾ ਸਿਰ ਡੂੰਘੀ ਚਿੰਤਨ ਦੇ ਆਨੰਦ ਦੀ ਮੁਦਰਾ ਵਿੱਚ ਝੁਕਿਆ ਹੋਇਆ ਹੈ। ਇੱਥੇ ਮੈਂ ਦੇਖਿਆ ਕਿ ਗੱਭਰੂ ਅਤੇ ਬਿਰਧ ਦੋਵੇਂ ਮੂਰਤੀ ਦੇ ਪੈਰਾਂ ਵਿੱਚ ਚੜਾਵਾ ਚੜਾ ਰਹੇ ਸਨ। ਪੈਸੇ, ਫਲ, ਚੌਲ ਅਤੇ ਸੰਤਰੇ ਚੜਾਏ ਜਾ ਰਹੇ ਸਨ। ਮੋਮਬੱਤੀਆਂ ਜਗਾਈਆਂ ਜਾ ਰਹੀਆਂ ਸਨ, ਅਗਰਬੱਤੀਆਂ ਧੁਖਾਈਆਂ ਜਾ ਰਹੀਆਂ ਸਨ ਅਤੇ ਮਨੌਤ ਮੰਗੀ ਜਾ ਰਹੀ ਸੀ। ਮੈਂ ਇੱਕ ਮੁਟਿਆਰ ਕੁੜੀ ਦੀ ਪ੍ਰਾਰਥਨਾ ਸੁਣੀ ਜਿਸ ਨੇ ਹੇਠਾਂ ਝੁੱਕ ਕੇ 2 ਸੰਤਰੇ ਚੜਾ ਦਿੱਤੇ। ਉਹ ਬੁੱਧ ਨੂੰ ਆਪਣੀ ਆਵਾਜ਼ ਮੋੜਨ ਲਈ ਧੰਨਵਾਦ ਦੇ ਰਹੀ ਸੀ। ਉਸ ਦੀ ਆਵਾਜ਼ ਚਲੀ ਗਈ ਸੀ, ਲੇਕਿਨ ਇਸ ਧਾਰਮਿਕ ਥਾਂ 'ਤੇ ਆਉਣ ਤੋਂ ਬਾਅਦ ਉਸ ਦੀ ਆਵਾਜ਼ ਮੁੜ ਕੇ ਆ ਗਈ। ਉਸ ਦੇ ਮਨ ਵਿੱਚ ਆਸਾ ਸੀ ਕਿ ਬੁੱਧ ਉਸ ਦੀ ਆਵਾਜ਼ ਮੋੜ ਦੇਣਗੇ, ਬਸ਼ਰਤੇ ਕਿ ਉਹ ਨਿਸ਼ਚਿਤ ਰੀਤ ਕਰੇ, ਉਪਵਾਸ ਕਰੇ ਤੇ ਚੜਾਵਾ ਚਾੜੇ। ਉਸ ਦੀ ਆਸ ਤੇ ਵਿਸ਼ਵਾਸ ਪ੍ਰਬਲ ਸਨ। ਨਤੀਜਾ ਇਹ ਹੋਇਆ ਉਸ ਦਾ ਮਸਤਿਸ਼ਕ ਆਸਥਾ ਦੇ ਬਿੰਦੂ ਤੱਕ ਪੁੱਜ ਗਿਆ। ਉਸ ਦੇ ਅਵਚੇਤਨ ਮਨ ਨੇ ਉਸ ਦੇ ਵਿਸ਼ਵਾਸ ਉੱਤੇ ਪ੍ਰਤੀਕਿਰਿਆ ਕਰਦਿਆਂ ਉਸ ਦੀ ਆਵਾਜ਼ ਨੂੰ ਠੀਕ ਕਰ ਦਿੱਤਾ। ਕਲਪਨਾ ਅਤੇ ਅੰਨ੍ਹੇ ਵਿਸ਼ਵਾਸ ਦੀ ਸ਼ਕਤੀ ਇੰਨੀ ਪ੍ਰਬਲ ਹੈ ਕਿ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਦਾ ਇੱਕ ਅਦਭੁਤ ਉਦਾਹਰਨ ਮੇਰੇ ਇੱਕ ਰਿਸ਼ਤੇਦਾਰ ਦਾ ਹੈ ਜਿਹੜਾ ਕਿ ਪਰਥ, ਪੱਛਮ ਆਸਟ੍ਰੇਲੀਆ ਵਿੱਚ ਰਹਿੰਦੇ ਸਨ। ਉਹਨਾਂ ਨੂੰ TB ਹੋ ਗਈ ਸੀ ਅਤੇ ਉਹਨਾਂ ਦੇ ਫੇਫੜੇ ਬੁਰੀ ਤਰ੍ਹਾਂ ਖਰਾਬ ਹੋ ਗਏ ਸਨ। ਉਹਨਾਂ ਦੇ ਪੁੱਤਰ ਨੇ ਆਪਣੇ ਪਿਤਾ ਦੀ ਮਦਦ ਕਰਨ ਦਾ ਨਿਰਣਾ ਕੀਤਾ। ਉਸਨੇ ਆਪਣੇ ਪਿਤਾ ਨੂੰ ਘਰ ਜਾ ਕੇ ਦੱਸਿਆ ਕਿ ਉਹ ਹਾਲ ਹੀ ਵਿੱਚ ਅਜੀਬ ਸ਼ਕਤੀਆਂ ਵਾਲੇ ਇੱਕ ਸੰਨਿਆਸੀ ਨੂੰ ਮਿਲਿਆ ਸੀ। ਇਹ ਸੰਨਿਆਸੀ ਯੂਰਪ ਦੇ ਇੱਕ ਬਹੁਤ ਮਸ਼ਹੂਰ ਉਪਚਾਰਕ ਧਰਮ ਸਥਲ 'ਤੇ ਕਾਫੀ ਸਮਾਂ ਰਹਿਣ ਤੋਂ ਬਾਅਦ ਪਰਤਿਆ ਸੀ। ਉੱਥੋਂ ਉਹ ਟਰੂ ਕਰਾਸ ਦਾ ਇੱਕ ਨਿੱਕੇ ਜਿਹੇ ਟੁਕੜੇ ਨੂੰ ਲਿਆਉਣ ਵਿੱਚ ਕਾਮਯਾਬ ਹੋ ਗਿਆ ਸੀ। ਟਰੂ ਕਰਾਸ ਜਿਹੜਾ ਕਿ ਮੱਧਯੁਗੀ ਅੰਗੂਠੀਆਂ ਵਿੱਚ ਜੜਿਆ ਹੋਇਆ ਹੈ ਅਤੇ ਇਸ ਅੰਗੂਠੀ ਜਾਂ ਕਰਾਸ ਦੇ ਟੋਟੇ ਨੂੰ ਛੂਹਣ ਨਾਲ ਹੀ ਸਦੀਆਂ ਤੋਂ ਅਣਗਿਣਤ ਰੋਗੀ ਠੀਕ ਹੁੰਦੇ ਆ ਰਹੇ ਸਨ। ਜਦੋਂ ਪੁੱਤਰ ਨੇ ਇਹ ਸੁਣਿਆ ਤਾਂ ਉਸਨੇ ਸੰਨਿਆਸੀ ਨੂੰ ਆਪਣੇ ਪਿਤਾ ਦੀ ਬਿਮਾਰੀ ਬਾਰੇ ਦੱਸਿਆ ਤੇ ਉਸ ਤੋਂ ਅੰਗੂਠੀ ਉਧਾਰ ਮੰਗੀ। ਸੰਨਿਆਸੀ ਤਿਆਰ ਹੋ ਗਿਆ ਅਤੇ ਪੁੱਤਰ ਨੇ ਆਪਣੀ ਮਰਜ਼ੀ ਨਾਲ $500 ਦਾ ਸਮਾਨ ਸੰਨਿਆਸੀ ਨੂੰ ਭੇਂਟ ਕਰ ਦਿੱਤਾ। ਜਦੋਂ ਪੁੱਤਰ ਨੇ ਆਪਣੇ ਪਿਤਾ ਨੂੰ ਅੰਗੂਠੀ ਦਿਖਾਈ ਤਾਂ ਉਹਨਾਂ ਨੇ ਉਸ ਦੇ ਹੱਥੋਂ ਅੰਗੂਠੀ ਖੋਹ ਲਈ। ਉਹਨਾਂ ਨੇ ਅੰਗੂਠੀ ਨੂੰ ਆਪਣੇ ਸੀਨੇ ਨਾਲ ਲਾਇਆ, ਮਨ ਹੀ ਮਨ ਪ੍ਰਾਰਥਨਾ ਕੀਤੀ ਅਤੇ ਸੌਂ ਗਏ। ਸਵੇਰ ਤਾਈਂ ਉਹ ਠੀਕ ਹੋ ਚੁੱਕੇ ਸਨ। ਕਲੀਨਿਕ ਦੀਆਂ ਸਾਰੀਆਂ ਜਾਂਚਾਂ ਦੀ ਰਿਪੋਰਟ ਸੀ ਕਿ ਉਹਨਾਂ ਨੂੰ TB ਨਹੀਂ ਹੈ। ਇਸ ਤਰ੍ਹਾਂ ਦੇ ਚਮਤਕਾਰ ਹਰ ਵੇਲੇ ਹੁੰਦੇ ਹਨ। ਇਸ ਚਮਤਕਾਰ ਦੇ ਬਾਰੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਪੁੱਤਰ ਦੀ ਅਦਭੁਤ ਕਹਾਣੀ ਬਿਲਕੁਲ ਮਨ ਘੜੰਤ ਸੀ। ਸੱਚ ਤਾਂ ਇਹ ਸੀ ਕਿ ਉਸਨੇ ਫੁੱਟਪਾਥ ਤੋਂ ਲੱਕੜ ਦਾ ਇੱਕ ਆਮ ਟੁਕੜਾ ਚੁੱਕ ਲਿਆ ਸੀ
ਅਤੇ ਸੁਨਿਆਰੇ ਕੋਲ ਜਾ ਕੇ ਪੁਰਾਣੇ ਜ਼ਮਾਨੇ ਦੀ ਡਿਜ਼ਾਈਨ ਵਾਲੀ ਇੱਕ ਸੋਨੇ ਦੀ ਮੁੰਦਰੀ ਵਿੱਚ ਜੜਵਾ ਲਿਆ ਸੀ। ਫਿਰ ਉਸਨੇ ਆਪਣੇ ਪਿਤਾ ਨੂੰ ਇਹ ਅੰਗੂਠੀ ਦੇ ਦਿੱਤੀ। ਜ਼ਾਹਰ ਹੈ ਤੁਸੀਂ ਸਮਝ ਗਏ ਹੋਵੋਗੇ ਕਿ ਫੁੱਟਪਾਥ ਤੋਂ ਚੁੱਕੀ ਗਈ ਉਸ ਲੱਕੜ ਦੇ ਟੋਟੇ ਨਾਲ ਪਿਤਾ ਦਾ ਉਪਚਾਰ ਨਹੀਂ ਹੋਇਆ। ਉਪਚਾਰ ਤਾਂ ਪਿਤਾ ਦੀ ਕਲਪਨਾ ਸ਼ਕਤੀ ਕਾਰਨ ਹੋਇਆ, ਜਿਹੜੀ ਕਿ ਪ੍ਰਬਲਤਾ ਨਾਲ ਵੱਧ ਗਈ ਸੀ। ਇਸ ਦੇ ਨਾਲ ਹੀ ਪੂਰਨ ਉਪਚਾਰ ਦੀ ਵਿਸ਼ਵਾਸ ਭਰੀ ਆਸ ਵੀ ਸੀ। ਕਲਪਨਾ ਸ਼ਕਤੀ ਆਸਥਾ ਜਾਂ ਵਿਅਕਤੀਪਰਕ ਭਾਵਨਾ ਦੇ ਨਾਲ ਮਿਲ ਗਈ ਅਤੇ ਇਹਨਾਂ ਦੋਹਾਂ ਦੇ ਸੁਮੇਲ ਨਾਲ ਉਸ ਦੇ ਅਵਚੇਤਨ ਮਨ ਦੀ ਸ਼ਕਤੀ ਨੇ ਉਪਚਾਰ ਕਰ ਦਿੱਤਾ। ਪਿਤਾ ਨੂੰ ਕਦੇ ਪਤਾ ਨਹੀਂ ਚੱਲ ਪਾਇਆ ਕਿ ਉਹਨਾਂ ਦੇ ਕੋਲ ਇਹ ਚਾਲ ਚੱਲੀ ਗਈ ਸੀ। ਜੇਕਰ ਉਹਨਾਂ ਨੂੰ ਇਸ ਗੱਲ ਦਾ ਪਤਾ ਚੱਲ ਜਾਂਦਾ ਤਾਂ ਹੋ ਸਕਦਾ ਸੀ ਕਿ ਉਹਨਾਂ ਨੂੰ ਉਹ ਬਿਮਾਰੀ ਮੁੜ ਹੋ ਜਾਂਦੀ। ਬਹਰਹਾਲ ਉਹਨਾਂ ਦੀ ਟੀਬੀ ਕਦੇ ਨਹੀਂ ਮੁੜੀ। ਉਹ ਟੀਬੀ ਤੋਂ ਹਮੇਸ਼ਾ ਲਈ ਮੁਕਤ ਹੋ ਗਏ ਹਨ ਅਤੇ 15 ਸਾਲ ਬਾਅਦ 99 ਸਾਲ ਦੀ ਉਮਰ ਵਿੱਚ ਹੋਰ ਕਾਰਨਾਂ ਕਰ ਮ੍ਰਿਤੂ ਨੂੰ ਪ੍ਰਾਪਤ ਹੋਏ। ਸਰਬ ਵਿਆਪੀ ਉਪਚਾਰਕ ਸਿਧਾਂਤ। ਇਹ ਇੱਕ ਮੰਨਿਆ ਹੋਇਆ ਤੱਥ ਹੈ ਕਿ ਉਪਚਾਰ ਦੀ ਸਾਰੀਆਂ ਪद्धਤੀਆਂ ਬੜੇ ਹੀ ਹੈਰਾਨੀਕੁੰਨ ਢੰਗ ਨਾਲ ਉਪਚਾਰ ਕਰ ਸਕਦੀਆਂ ਹਨ। ਤੁਸੀਂ ਇੱਕੋ ਹੀ ਨਤੀਜੇ ਤੇ ਪੁੱਜੋਗੇ ਕਿ ਇਹ ਕਿਸੇ ਆਂਤਰਿਕ ਅੰਗ ਅਤੇ ਪ੍ਰਕਿਰਿਆ ਦੇ ਕਾਰਨ ਹੋਵੇਗਾ, ਜਿਹੜੀ ਕਿ ਸਾਰਿਆਂ ਵਿੱਚ ਇੱਕ ਸਮਾਨ ਹੋਵੇ। ਸੱਚਮੁੱਚ ਇੰਝ ਹੀ ਹੈ। ਉਪਚਾਰ ਦਾ ਅੰਗ ਅਵਚੇਤਨ ਮਨ ਹੈ ਅਤੇ ਉਪਚਾਰ ਦੀ ਪ੍ਰਕਿਰਿਆ ਆਸਥਾ ਹੈ। ਇਹਨਾਂ ਆਧਾਰਭੂਤ ਸੱਚਾਈਆਂ ਦੇ ਬਾਰੇ ਵਿੱਚ ਡੂੰਘਾਈ ਨਾਲ ਸੋਚੋ। ਤੁਹਾਡੇ ਮਾਨਸਿਕ ਕਾਰਜਾਂ ਦੀ ਵੰਡ ਕਰਕੇ ਇੱਕ ਕਾਰਜ ਚੇਤਨ ਮਨ ਨੂੰ ਅਤੇ ਦੂਜਾ ਕਾਰਜ ਅਵਚੇਤਨ ਮਨ ਨੂੰ ਸੌਂਪਿਆ ਹੈ। ਤੁਹਾਡਾ ਅਵਚੇਤਨ ਮਨ ਸੁਝਾਅ ਦੀ ਸ਼ਕਤੀ ਨਾਲ ਹਮੇਸ਼ਾ ਪਾਲਣ ਕਰਦਾ ਹੈ। ਤੁਹਾਡੇ ਸਰੀਰ ਦੇ ਸਾਰੇ ਕਾਰਜਾਂ, ਸਥਿਤੀਆਂ ਅਤੇ ਅਨੁਭੂਤੀਆਂ ਤੇ ਤੁਹਾਡੇ ਅਵਚੇਤਨ ਮਨ ਦਾ ਪੂਰਨ ਨਿਯੰਤਰਣ ਹੁੰਦਾ ਹੈ। ਤੁਸੀਂ ਪੱਕੇ ਤੌਰ ਤੇ ਜਾਣਦੇ ਹੋ ਕਿ ਸੁਝਾਅ ਨਾਲ ਸਮੂਹਿਤ ਵਿਅਕਤੀਆਂ ਵਿੱਚ ਕਿਸੇ ਵੀ ਬਿਮਾਰੀ ਦੇ ਲੱਛਣ ਪੈਦਾ ਕੀਤੇ ਜਾ ਸਕਦੇ ਹਨ। ਉਦਾਹਰਣ ਲਈ, ਸਮੂਹਿਤ ਅਵਸਥਾ ਵਿੱਚ ਦਿੱਤੇ ਗਏ ਸੁਝਾਅ ਦੀ ਪ੍ਰਕਿਰਤੀ ਦੇ ਅਨੁਸਾਰ ਵਿਅਕਤੀ ਨੂੰ ਬੁਖਾਰ ਹੋ ਸਕਦਾ ਹੈ, ਉਸ ਦਾ ਚਿਹਰਾ ਲਾਲ ਹੋ ਸਕਦਾ ਹੈ ਜਾਂ ਉਸ ਨੂੰ ਸਰਦੀ ਹੋ ਸਕਦੀ ਹੈ। ਤੁਸੀਂ ਵਿਅਕਤੀ ਨੂੰ ਸੁਝਾਅ ਦੇ ਸਕਦੇ ਹੋ ਕਿ ਉਸ ਨੂੰ ਲਕਵਾ ਮਾਰ ਗਿਆ ਹੈ ਅਤੇ ਉਹ ਚੱਲ ਨਹੀਂ ਸਕਦਾ, ਅਤੇ ਇੰਝ ਹੀ ਹੋਵੇਗਾ। ਤੁਸੀਂ ਸਮੂਹਿਤ ਵਿਅਕਤੀ ਦੀ ਨੱਕ ਦੇ ਹੇਠਾਂ ਠੰਡੇ ਪਾਣੀ ਦਾ ਇੱਕ ਕੱਪ ਰੱਖ ਕੇ ਉਸ ਨੂੰ ਦੱਸ ਸਕਦੇ ਹੋ, ਇਸ ਵਿੱਚ ਨਸਵਾਰ ਭਰੀ ਹੋਈ ਹੈ, ਇਸ ਨੂੰ ਸੁੰਘੋ। ਉਹ ਬੁਰੀ ਤਰ੍ਹਾਂ ਤੇ ਵਾਰ-ਵਾਰ ਛਿੱਕਣ ਲੱਗੇਗਾ। ਤੁਹਾਨੂੰ ਕੀ ਲੱਗਦਾ ਹੈ, ਛਿੱਕ ਕਿਸ ਕਾਰਨ ਆਈ? ਪਾਣੀ ਦੇ ਕਾਰਨ ਜਾਂ ਸੁਝਾਅ ਦੇ ਕਾਰਨ? ਜੇਕਰ ਕੋਈ ਤੁਹਾਨੂੰ ਦੱਸਦਾ ਹੈ ਕਿ ਉਸ ਨੂੰ ਘਾਹ ਨਾਲ ਐਲਰਜੀ ਹੈ ਤਾਂ ਤੁਸੀਂ ਸਮੂਹਿਤ ਅਵਸਥਾ ਵਿੱਚ ਉਸ ਦੀ ਨੱਕ ਦੇ ਸਾਹਮਣੇ ਕੋਈ ਕਾਗਜ਼ ਜਾਂ ਫੁੱਲ ਜਾਂ ਖਾਲੀ ਗਲਾਸ ਰੱਖ ਕੇ ਉਸ ਨੂੰ ਕਹਿ ਸਕਦੇ ਹੋ ਕਿ ਇਹ ਘਾਹ ਹੈ। ਉਸ ਵਿੱਚ ਐਲਰਜੀ ਦੇ ਆਮ ਲੱਛਣ ਪ੍ਰਗਟ ਹੋ ਜਾਣਗੇ। ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਰੀਰਕ ਲੱਛਣ ਅਵਚੇਤਨ ਮਨ ਦੇ ਕਾਰਨ ਪੈਦਾ ਹੋਏ ਸੀ। ਇਹਨਾਂ ਲੱਛਣਾਂ ਦਾ ਇਲਾਜ ਵੀ ਅਵਚੇਤਨ ਮਨ ਵਿੱਚ ਹੀ ਹੁੰਦਾ ਹੈ। ਵਿਭਿੰਨ ਚਿਕਿਤਸਾ ਪੱਧਤੀਆਂ ਜਿਵੇਂ ਆਸਟੀਓਪੈਥੀ, ਪ੍ਰੈਕਟਿਸ, ਚੀਕੁਆਂਗ, ਐਕੂਪੰਕਚਰ ਅਤੇ ਨੈਚੁਰੋਪੈਥੀ ਅਲੌਕਿਕ ਉਪਚਾਰ ਦਾ ਦਾਅਵਾ ਕਰਦੀਆਂ ਹਨ। ਇਹੀ ਦਾਅਵਾ ਦੁਨੀਆ ਭਰ ਦੇ ਵਿਭਿੰਨ ਧਰਮਾਂ ਦੀਆਂ ਰੀਤਾਂ ਅਤੇ ਕਰਮਕਾਂਡ ਕਰਦੇ ਹਨ। ਇਹ ਸਪਸ਼ਟ ਹੈ ਕਿ ਸਾਰੇ ਉਪਚਾਰ ਅਵਚੇਤਨ ਮਨ ਦੁਆਰਾ ਕੀਤੇ ਜਾਂਦੇ ਹਨ, ਜਿਹੜਾ ਇਕਲੌਤਾ ਉਪਚਾਰਕ ਹੈ। ਧਿਆਨ ਦਿਓ ਕਿ ਅਵਚੇਤਨ ਮਨ ਤੁਹਾਡੀ ਉਂਗਲ ਦੇ ਘਾਹ ਨੂੰ ਕਿਵੇਂ ਭਰਦਾ ਹੈ। ਇਹ ਜਾਣਦਾ ਹੈ ਕਿ ਇਸ ਨੂੰ ਕਿਵੇਂ ਕਰਨਾ ਹੈ। ਡਾਕਟਰ ਘਾਹ 'ਤੇ ਪੱਟੀ ਬੰਨ੍ਹ ਕੇ ਕਹਿੰਦਾ ਹੈ, ਪ੍ਰਕਿਰਤੀ ਇਸ ਨੂੰ ਠੀਕ ਕਰ ਦੇਵੇਗੀ। ਲੇਕਿਨ ਪ੍ਰਕਿਰਤੀ ਅਜੇ ਕੁਝ ਨਹੀਂ ਬਲਕਿ ਪ੍ਰਕਿਰਤਕ ਨਿਯਮ ਦਾ ਦੂਜਾ ਨਾਮ ਹੈ, ਜਿਹੜਾ ਅਵਚੇਤਨ ਮਨ ਦਾ ਨਿਯਮ ਹੈ। ਆਮ ਰੱਖਿਆ ਦੀ ਸਹਿਜ ਭਾਵਨਾ ਪ੍ਰਕਿਰਤੀ ਦਾ ਪਹਿਲਾ ਨਿਯਮ ਹੈ ਅਤੇ ਆਤਮ ਰੱਖਿਆ ਅਵਚੇਤਨ ਮਨ ਦਾ ਸਭ ਤੋਂ ਪ੍ਰਮੁੱਖ ਕੰਮ। ਤੁਹਾਡੀ ਸਭ ਤੋਂ ਪ੍ਰਬਲ ਸਹਿਜ ਭਾਵਨਾ ਸਭ ਤੋਂ ਜ਼ੋਰਦਾਰ ਆਤਮ ਸੁਝਾਅ ਹੈ। ਮੁਕਤ ਵੱਖਰੇ ਸਿਧਾਂਤ। ਵਿਭਿੰਨ ਧਾਰਮਿਕ ਪੰਥ ਅਤੇ ਪ੍ਰਾਰਥਨਾ ਉਪਚਾਰ ਸਮੂਹਾਂ ਨੇ ਉਪਚਾਰ ਦੇ ਕਈ ਵੱਖਰੇ ਵੱਖਰੇ ਸਿਧਾਂਤ ਦਿੱਤੇ ਹਨ। ਬੜੇ ਸਾਰੇ ਲੋਕ ਇਹ ਦਾਅਵਾ ਕਰਦੇ ਹਨ
ਕਿ ਉਹਨਾਂ ਦਾ ਸਿਧਾਂਤ ਹੀ ਸਹੀ ਹੈ, ਕਿਉਂਕਿ ਉਹਨਾਂ ਦੇ ਤਰੀਕਿਆਂ ਦੇ ਚੰਗੇ ਨਤੀਜੇ ਮਿਲਦੇ ਹਨ। ਜਿਵੇਂ ਅਸੀਂ ਇਸ ਅਧਿਆਇ ਵਿੱਚ ਪੜ੍ਹ ਚੁੱਕੇ ਹਾਂ, ਇਹ ਸਹੀ ਨਹੀਂ ਹੋ ਸਕਦਾ। ਜਿਵੇਂ ਤੁਸੀਂ ਜਾਣਦੇ ਹੋ, ਉਪਚਾਰ ਦੇ ਬਹੁਤ ਸਾਰੇ ਤਰੀਕੇ ਹਨ। ਫਰੈਂਚ ਐਂਟਨ ਮੈਸਮਰ 1934 ਤੋਂ 1915 ਆਸਟ੍ਰੇਲੀਅਨ ਚਿਕਿਤਸਕ ਸਨ, ਜਿਹੜੇ ਕਿ ਪੈਰਿਸ ਵਿੱਚ ਇਲਾਜ ਕਰਦੇ ਸਨ। ਉਹਨਾਂ ਨੇ ਪਾਇਆ ਕਿ ਉਹ ਬਿਮਾਰ ਦੇ ਸਰੀਰ ਉੱਤੇ ਚੁੰਬਕ ਲਾ ਕੇ ਉਸ ਨੂੰ ਚਮਤਕਾਰੀ ਤਰੀਕੇ ਨਾਲ ਠੀਕ ਕਰ ਸਕਦੇ ਹਨ। ਉਹਨਾਂ ਨੇ ਕੱਚ ਉੱਤੇ ਕਈ ਧਾਤਾਂ ਦੇ ਟੁਕੜਿਆਂ ਨਾਲ ਵੀ ਇਲਾਜ ਕਰਕੇ ਦਿਖਾਇਆ। ਬਾਅਦ ਵਿੱਚ ਉਹਨਾਂ ਨੇ ਇਹਨਾਂ ਸਾਰੀਆਂ ਵਸਤਾਂ ਦਾ ਪ੍ਰਯੋਗ ਛੱਡ ਦਿੱਤਾ ਅਤੇ ਰੋਗੀ ਦੇ ਸਰੀਰ 'ਤੇ ਹੱਥ ਫੇਰ ਕੇ ਇਲਾਜ ਕਰਨ ਲੱਗ ਪਏ। ਉਹਨਾਂ ਦਾ ਦਾਅਵਾ ਸੀ ਕਿ ਉਹਨਾਂ ਦੇ ਉਪਚਾਰ ਦਾ ਅਸਲ ਸਰੋਤ ਪ੍ਰਾਣੀ ਚੁੰਬਕਤਾ ਸੀ। ਉਹਨਾਂ ਦਾ ਸਿਧਾਂਤ ਸੀ ਕਿ ਉਪਚਾਰਕ ਦੇ ਹੱਥ ਤੋਂ ਰਹੱਸਮਈ ਚੁੰਬਕੀ ਊਰਜਾ ਪ੍ਰਵਾਹਿਤ ਹੋ ਕੇ ਰੋਗੀ ਦੇ ਸਰੀਰ ਵਿੱਚ ਪੁੱਜ ਜਾਂਦੀ ਹੈ। ਮੈਸਮਰ ਨੇ ਉਪਚਾਰ ਦੇ ਇਸ ਤਰੀਕੇ ਨੂੰ ਮੈਸਮਰਿਜ਼ਮ ਨਾਮ ਦਿੱਤਾ। ਅੱਜ ਅਸੀਂ ਇਸ ਨੂੰ ਸਮੋਹਨ ਦੇ ਨਾਮ ਨਾਲ ਵੀ ਜਾਣਦੇ ਹਾਂ। ਮੈਸਮਰ ਦੀ ਸਫਲਤਾ ਤੋਂ ਈਰਖਾ ਕਰਨ ਵਾਲੇ ਦੂਜੇ ਡਾਕਟਰਾਂ ਦਾ ਦਾਅਵਾ ਸੀ ਕਿ ਸਿਰਫ ਸੁਝਾਅ ਦੇ ਕੇ ਹੀ ਉਹਨਾਂ ਨੇ ਆਪਣੇ ਸਾਰੇ ਉਪਚਾਰ ਕੀਤੇ ਸਨ। ਬਹਰਹਾਲ, ਜਦੋਂ ਦਬਾ ਕੇ ਪੁੱਛਿਆ ਗਿਆ ਤਾਂ ਡਾਕਟਰਾਂ ਨੂੰ ਮੰਨਣਾ ਪਿਆ ਕਿ ਉਹ ਇਹ ਨਹੀਂ ਜਾਣਦੇ ਸਨ ਕਿ ਸੁਝਾਅ ਦੀ ਸ਼ਕਤੀ ਤੋਂ ਇਹਨੇ ਅਦਭੁਤ ਨਤੀਜੇ ਕਿਵੇਂ ਮਿਲੇ। ਇਹ ਸਾਰੇ ਸਮੂਹ ਮਨੋਵਿਗਿਆਨੀ, ਮਨੋਚਿਕਿਤਸਕ, ਆਸਟੋਪੈਥਸ, ਕਾਰਿਓਪ੍ਰੈਕਟਿਸ, ਉਪਚਾਰਕ ਅਤੇ ਹਰ ਤਰ੍ਹਾਂ ਦੇ ਧਾਰਮਿਕ ਸਮੂਹ ਇੱਕੋ ਹੀ ਸਦੀਵੀ ਸਿਧਾਂਤ ਦਾ ਪ੍ਰਯੋਗ ਕਰ ਰਹੇ ਹਨ, ਜਿਹੜਾ ਅਵਚੇਤਨ ਮਨ ਵਿੱਚ ਮੌਜੂਦ ਹੈ। ਹਰ ਵਿਅਕਤੀ ਇਹ ਦਾਅਵਾ ਕਰ ਸਕਦਾ ਹੈ ਕਿ ਉਪਚਾਰ ਉਹਨਾਂ ਦੇ ਸਿਧਾਂਤ ਕਾਰਨ ਹੋਇਆ ਹੈ, ਲੇਕਿਨ ਉਹ ਸੱਚਾਈ ਤੋਂ ਕੋਹਾਂ ਦੂਰ ਹਨ। ਸਾਰੀਆਂ ਤਰ੍ਹਾਂ ਦੇ ਉਪਚਾਰ ਦੀ ਪ੍ਰਕਿਰਿਆ ਦਾ ਇੱਕ ਨਿਸ਼ਚਿਤ ਸਕਾਰਾਤਮਕ ਮਾਨਸਿਕ ਨਜ਼ਰੀਆ ਹੈ, ਇੱਕ ਅੰਦਰੂਨੀ ਨਜ਼ਰੀਆ ਜਾਂ ਸੋਚਣ ਦਾ ਤਰੀਕਾ ਹੈ, ਜਿਸ ਨੂੰ ਆਸਥਾ ਕਿਹਾ ਜਾਂਦਾ ਹੈ। ਉਪਚਾਰ ਵਿਸ਼ਵਾਸਪੂਰਨ ਆਸ ਦੇ ਕਾਰਨ ਹੀ ਹੁੰਦਾ ਹੈ, ਜਿਹੜਾ ਅਵਚੇਤਨ ਮਨ ਨੂੰ ਵਿਲੱਖਣ ਸੁਝਾਅ ਦਿੰਦੀ ਹੈ। ਇਸ ਨਾਲ ਹੀ ਉਪਚਾਰਕ ਸ਼ਕਤੀ ਮੁਕਤ ਹੁੰਦੀ ਹੈ। ਇੱਕ ਵਿਅਕਤੀ ਜਿਸ ਤਰੀਕੇ ਨਾਲ ਠੀਕ ਹੁੰਦਾ ਹੈ, ਦੂਜਾ ਵੀ ਉਸੇ ਤਰੀਕੇ ਨਾਲ ਠੀਕ ਹੁੰਦਾ ਹੈ। ਹਾਂ, ਇਹ ਹੋ ਸਕਦਾ ਹੈ ਕਿ ਦੋਨਾਂ ਦੇ ਸਿਧਾਂਤ ਦਾ ਤਰੀਕੇ ਭਿੰਨ ਹੋਣ, ਲੇਕਿਨ ਉਪਚਾਰ ਦੀ ਪ੍ਰਕਿਰਿਆ ਇੱਕ ਹੀ ਹੈ ਅਤੇ ਉਹ ਹੈ ਵਿਸ਼ਵਾਸ। ਸਿਰਫ ਇੱਕ ਹੀ ਉਪਚਾਰਕ ਸ਼ਕਤੀ ਹੈ, ਤੁਹਾਡਾ ਅਵਚੇਤਨ ਮਨ। ਤੁਸੀਂ ਆਪਣਾ ਮਨਪਸੰਦ ਸਿਧਾਂਤ, ਵਿਸ਼ਵਾਸ ਤੇ ਤਰੀਕਾ ਚੁਣ ਲਵੋ। ਤੁਸੀਂ ਵਿਸ਼ਵਾਸ ਰੱਖੋ। ਜੇਕਰ ਤੁਹਾਨੂੰ ਵਿਸ਼ਵਾਸ ਹੈ ਤਾਂ ਤੁਹਾਨੂੰ ਨਤੀਜਾ ਅਵੱਛ ਮਿਲੇਗਾ। ਪੈਰਾਸੈਲਸੁਸ ਦੇ ਵਿਚਾਰ। ਫਿਲਿਪਸ ਪੈਰਾਸੈਲਸੁਸ 1493 ਤੋਂ 1541 ਇੱਕ ਮਸ਼ਹੂਰ ਸਵਿਸ ਅਲਕੈਮਿਸਟ, ਕਮੀਆਗਰ ਅਤੇ ਚਿਕਿਤਸਕ ਸਨ। ਉਹ ਆਪਣੇ ਜ਼ਮਾਨੇ ਦੇ ਮਸ਼ਹੂਰ ਉਪਚਾਰਕ ਸਨ। ਉਹਨਾਂ ਨੇ ਇੱਕ ਗੱਲ ਕਹੀ ਸੀ, ਜਿਹੜੀ ਅੱਜ ਵਿਗਿਆਨਕ ਤੌਰ 'ਤੇ ਪ੍ਰਮਾਣਿਤ ਤੱਥ ਹੈ। ਤੁਹਾਡੀ ਆਸਥਾ ਦੀ ਵਸਤੂ ਸੱਚੀ ਹੋਵੇ ਜਾਂ ਝੂਠੀ, ਤੁਹਾਨੂੰ ਨਤੀਜਾ ਸਮਾਨ ਹੀ ਮਿਲੇਗਾ। ਜੇਕਰ ਮੈਂ ਸੈਂਟ ਪੀਟਰ ਦੀ ਮੂਰਤੀ ਉੱਤੇ ਵਿਸ਼ਵਾਸ ਕਰਦਾ ਹਾਂ, ਜਿੰਨਾ ਕਿ ਆਪ ਸੈਂਟ ਪੀਟਰ ਵਿੱਚ ਕਰਦਾ, ਤਾਂ ਮੈਨੂੰ ਉਹੀ ਨਤੀਜੇ ਮਿਲਣਗੇ ਜਿਹੜੇ ਮੈਨੂੰ ਸੈਂਟ ਪੀਟਰ ਤੋਂ ਮਿਲਦੇ। ਇਹ ਅੰਧ ਵਿਸ਼ਵਾਸ ਹੈ। ਬਹਰਹਾਲ, ਆਸਥਾ ਚਮਤਕਾਰ ਕਰਦੀ ਹੈ ਅਤੇ ਆਸਥਾ ਸੱਚੀ ਹੋਵੇ ਜਾਂ ਝੂਠੀ, ਇਹ ਹਮੇਸ਼ਾ ਉਹੀ ਚਮਤਕਾਰ ਕਰੇਗੀ। ਪੈਰਾਸੈਲਸੁਸ ਦੇ ਵਿਚਾਰਾਂ ਨੂੰ 16ਵੀਂ ਸਦੀ ਵਿੱਚ ਇਤਾਲਵੀ ਦਾਰਸ਼ਨਿਕ ਪਾਂਪੋਨੇਜੀ ਨੇ ਦੁਹਰਾਇਆ। ਉਹਨਾਂ ਨੇ ਲਿਖਿਆ ਸੀ, ਅਸੀਂ ਆਸਾਨੀ ਨਾਲ ਉਹਨਾਂ ਅਦਭੁਤ ਪਰਿਸਥਿਤੀਆਂ ਦੀ ਕਲਪਨਾ ਕਰ ਸਕਦੇ ਹਾਂ ਜਿਹੜੀ ਆਤਮ ਵਿਸ਼ਵਾਸ ਅਤੇ ਕਲਪਨਾ ਤੋਂ ਉਤਪੰਨ ਹੋ ਸਕਦੀ ਹੈ, ਖਾਸ ਕਰਕੇ ਜਦੋਂ ਇਹ ਦੋਵੇਂ ਹੀ ਚੀਜ਼ਾਂ ਰੋਗੀ ਤੇ ਉਸ ਨੂੰ ਪ੍ਰਭਾਵਿਤ ਕਰਨ ਵਾਲੇ ਦੇ ਵਿਚਕਾਰ ਪ੍ਰਵਾਹਿਤ ਹੋਣ। ਨਿਸ਼ਚਿਤ ਸਮ੍ਰਿਤੀ ਚਿੰਨ੍ਹਾਂ ਦੇ ਪ੍ਰਭਾਵ ਨਾਲ ਹੋਣ ਵਾਲੇ ਉਪਚਾਰ ਉਹਨਾਂ ਦੀ ਕਲਪਨਾ ਅਤੇ ਆਤਮ ਵਿਸ਼ਵਾਸ ਦੇ ਪ੍ਰਭਾਵ ਹਨ। ਨੀਮ ਹਕੀਮ ਅਤੇ ਦਾਰਸ਼ਨਿਕ ਜਾਣਦੇ ਹਨ ਕਿ ਜੇਕਰ ਕਿਸੇ ਸੰਤ ਦੀ ਅਸਥੀਆਂ ਦੀ ਥਾਂ ਕਿਸੇ ਆਮ ਇਨਸਾਨ ਦੀਆਂ ਅਸਥੀਆਂ ਨੂੰ ਰੱਖ ਦਿੱਤਾ ਜਾਵੇ, ਤਾਂ ਵੀ ਬਿਮਾਰਾਂ ਨੂੰ ਓਨੇ ਹੀ ਲਾਹੇਵੰਦ ਨਤੀਜੇ ਮਿਲਣਗੇ, ਬਸ਼ਰਤੇ ਉਹਨਾਂ ਨੂੰ ਇਹ ਯਕੀਨ ਹੋਵੇ ਇਹੀ ਸੱਚੇ ਸਿਮਰਤੀ ਚਿੰਨ੍ਹ ਹਨ। ਜਰਾ ਸੋਚੋ ਕਿ ਇਸ ਦਾ ਕੀ ਮਤਲਬ ਹੈ।
ਜੇਕਰ ਤੁਸੀਂ ਸੰਤ ਦੀ ਅਸਥੀਆਂ ਦੀ ਸ਼ਕਤੀ ਜਾਂ ਕਿਸੇ ਥਾਂ ਦੇ ਪਾਣੀ ਦੇ ਉਪਚਾਰਕ ਗੁਣਾਂ ਜਾਂ ਮੇਰੇ ਆਸਟ੍ਰੇਲੀਅਨ ਰਿਸ਼ਤੇਦਾਰ ਵਾਂਗ ਲੱਕੜ ਦੇ ਟੁਕੜੇ ਦੇ ਚਮਤਕਾਰੀ ਨਤੀਜੇ ਵਿੱਚ ਯਕੀਨ ਕਰਦੇ ਹੋ ਤਾਂ ਤੁਹਾਨੂੰ ਨਤੀਜੇ ਜ਼ਰੂਰ ਮਿਲਣਗੇ, ਕਿਉਂਕਿ ਤੁਹਾਡੇ ਅਵਚੇਤਨ ਮਨ ਨੂੰ ਸੁਝਾਅ ਦਿੱਤਾ ਗਿਆ ਹੈ। ਆਖਰ ਉਪਚਾਰ ਤਾਂ ਅਵਚੇਤਨ ਮਨ ਹੀ ਕਰਦਾ ਹੈ। ਬੈਰਨਹੀਮ ਦੇ ਪ੍ਰਯੋਗ। ਹਿਪੋਲਾਈਟ ਬੈਰਨਹੀਮ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਫਰਾਂਸ ਦੇ ਨੈਂਸੀ ਵਿੱਚ ਪ੍ਰੋਫੈਸਰ ਆਫ ਮੈਡੀਸਨ ਸਨ। ਉਹ ਉਹਨਾਂ ਆਰੰਭਕ ਲੋਕਾਂ ਵਿੱਚੋਂ ਸਨ ਜਿਨ੍ਹਾਂ ਨੇ ਸਪਸ਼ਟ ਕੀਤਾ ਕਿ ਚਿਕਿਤਸਕ ਦੁਆਰਾ ਰੋਗੀ ਨੂੰ ਦਿੱਤੇ ਗਏ ਸੁਝਾਅ ਅਵਚੇਤਨ ਮਨ ਦੀ ਸ਼ਕਤੀ ਦੇ ਕਾਰਨ ਨਤੀਜੇ ਦਿੰਦੇ ਹਨ। ਬੈਰਨਹੀਮ ਨੇ ਇੱਕ ਆਦਮੀ ਦੀ ਕਹਾਣੀ ਦੱਸੀ ਜਿਸ ਦੀ ਜ਼ੁਬਾਨ ਨੂੰ ਲਕਵਾ ਮਾਰ ਗਿਆ ਸੀ। ਹਰ ਤਰ੍ਹਾਂ ਦਾ ਇਲਾਜ ਕੀਤਾ, ਲੇਕਿਨ ਕੋਈ ਫਾਇਦਾ ਨਾ ਹੋਇਆ। ਫਿਰ ਇੱਕ ਦਿਨ ਉਸ ਆਦਮੀ ਦੇ ਡਾਕਟਰ ਨੇ ਉਸ ਨੂੰ ਦੱਸਿਆ ਕਿ ਉਸ ਨੇ ਇੱਕ ਨਵਾਂ ਯੰਤਰ ਲਿਆਂਦਾ ਹੈ ਜਿਹੜੀ ਉਸ ਦੀ ਸਮੱਸਿਆ ਨੂੰ ਬਿਲਕੁਲ ਠੀਕ ਕਰ ਦੇਵੇਗਾ। ਇਸ ਤੋਂ ਬਾਅਦ ਡਾਕਟਰ ਨੇ ਉਸ ਦੇ ਮੂੰਹ ਵਿੱਚ ਇੱਕ ਜੈਬੀ ਥਰਮਾਮੀਟਰ ਲਾ ਦਿੱਤਾ। ਮਰੀਜ਼ ਨੂੰ ਲੱਗਿਆ ਕਿ ਇਹੀ ਉਹ ਯੰਤਰ ਹੈ ਜਿਹੜਾ ਉਸ ਨੂੰ ਠੀਕ ਕਰ ਦੇਵੇਗਾ। ਕੁਝ ਹੀ ਪਲਾਂ ਵਿੱਚ ਉਹ ਖੁਸ਼ੀ ਨਾਲ ਚੀਕਣ ਲੱਗਿਆ ਕਿ ਹੁਣ ਉਹ ਫਿਰ ਤੋਂ ਆਪਣੀ ਜ਼ੁਬਾਨ ਘੁਮਾ ਸਕਦਾ ਹੈ। ਬੈਰਨਹੀਮ ਅੱਗੇ ਕਹਿੰਦਾ ਹੈ, ਸਾਡੇ ਪ੍ਰਕਰਨਾਂ ਵਿੱਚ ਇਸੇ ਤਰ੍ਹਾਂ ਦੇ ਕੁਝ ਤੱਥ ਮਿਲਣਗੇ। ਇੱਕ ਮੁਟਿਆਰ ਮੇਰੇ ਆਫਿਸ ਵਿੱਚ ਆਈ। 4 ਹਫ਼ਤਿਆਂ ਤੋਂ ਉਸ ਦੀ ਆਵਾਜ਼ ਪੂਰੀ ਤਰ੍ਹਾਂ ਚਲੀ ਗਈ ਸੀ। ਜਾਂਚ ਪੜਤਾਲ ਤੋਂ ਬਾਅਦ ਮੈਂ ਆਪਣੇ ਵਿਦਿਆਰਥੀਆਂ ਨੂੰ ਦੱਸਿਆ ਕਿ ਕਈ ਵਾਰ ਬੋਲਣ ਦੀ ਸਮਰੱਥਾ ਬਿਜਲੀ ਦੇ ਪ੍ਰਯੋਗ ਨਾਲ ਤਤਕਾਲ ਮੁੜ ਆਉਂਦੀ ਹੈ, ਕਿਉਂਕਿ ਇਸ ਨਾਲ ਸੁਝਾਅ ਦਿੱਤਾ ਜਾ ਸਕਦਾ ਹੈ। ਮੈਂ ਆਪਣਾ ਇੰਡਕਸ਼ਨ ਆਪਰੇਟਸ ਬੁਲਾਇਆ। ਮੈਂ ਉਸ ਦੇ ਸਵਯੰਤਰ ਨੂੰ ਥੋੜ੍ਹਾ ਜਿਹਾ ਹਿਲਾਇਆ ਤੇ ਕਿਹਾ, ਹੁਣ ਤੁਸੀਂ ਬੋਲ ਸਕਦੇ ਹੋ। ਇੱਕ ਹੀ ਪਲ ਵਿੱਚ ਮੈਂ ਉਸ ਤੋਂ A ਬੁਲਵਾ ਲਿਆ, ਫਿਰ B ਅਤੇ ਫਿਰ ਮਾਰੀਆ। ਉਹ ਸਪਸ਼ਟਤਾ ਨਾਲ ਬੋਲਦੀ ਰਹੀ। ਉਸ ਦੀ ਆਵਾਜ਼ ਦੁਬਾਰਾ ਆ ਗਈ। ਇੱਥੇ ਬੈਰਨਹੀਮ ਆਸਥਾ ਦੀ ਸ਼ਕਤੀ ਅਤੇ ਰੋਗੀ ਦੀ ਆਸ ਬਾਰੇ ਦੱਸਿਆ ਗਿਆ ਹੈ, ਜਿਸ ਨੇ ਅਵਚੇਤਨ ਮਨ ਨੂੰ ਕਟਵਾਂ ਸੁਝਾਅ ਦਿੱਤਾ। ਸੁਝਾਅ ਨਾਲ ਫਫੂਲੇ ਉਤਪੰਨ ਕਰਨਾ। ਬੈਰਨਹੀਮ ਦੱਸਦੇ ਹਨ ਕਿ ਉਹਨਾਂ ਨੇ ਇੱਕ ਮਰੀਜ਼ ਦੀ ਪਿੱਠ ਉੱਤੇ ਡਾਕ ਟਿਕਟ ਚਿਪਕਾ ਕੇ ਉਸ ਨੂੰ ਸੁਝਾਅ ਦਿੱਤਾ ਕਿ ਉਸ ਦੀ ਪਿੱਠ ਉੱਤੇ ਫਫੂਲਾ ਹੋ ਗਿਆ ਹੈ। ਇਸ ਤਰ੍ਹਾਂ ਦੇ ਪ੍ਰਦਰਸ਼ਨਾਂ ਦੀ ਤਸਦੀਕ ਦੁਨੀਆ ਦੇ ਕਈ ਹਿੱਸਿਆਂ ਵਿੱਚ ਅਨੇਕਾਂ ਹੀ ਡਾਕਟਰਾਂ ਦੇ ਪ੍ਰਯੋਗਾਂ ਅਤੇ ਅਨੁਭਵਾਂ ਨਾਲ ਹੋਈ ਹੈ। ਸਬੂਤਾਂ ਨੂੰ ਦੇਖਦਿਆਂ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਹੈ ਕਿ ਮੂੰਹ ਜ਼ਬਾਨੀ ਸੁਝਾਅ ਦੇ ਕੇ ਰੋਗੀਆਂ ਦੇ ਸਰੀਰਕ ਢਾਂਚੇ ਵਿੱਚ ਬਦਲਾਅ ਕੀਤੇ ਜਾ ਸਕਦੇ ਹਨ। ਲਹੂ ਨਿਕਲਣ ਦਾ ਕਾਰਨ। ਸੁਝਾਅ ਨਾਲ ਲਹੂ ਵੀ ਕਢਵਾਇਆ ਜਾ ਸਕਦਾ ਹੈ। ਨੂੰ ਪ੍ਰਦਰਸ਼ਿਤ ਕਰਦਿਆਂ ਹੋਏ ਡਾਕਟਰ M ਬੁਰੂ ਨੇ ਇੱਕ ਵਿਅਕਤੀ ਨੂੰ ਸੰਬੋਧਿਤ ਕਰਕੇ ਉਸ ਨੂੰ ਇਹ ਸੁਝਾਅ ਦਿੱਤਾ, ਅੱਜ ਦੁਪਹਿਰ 4 ਵਜੇ ਤੋਂ ਮੇਰੇ ਆਫਿਸ ਆਓ। ਇਸ ਕੁਰਸੀ ਉੱਤੇ ਬੈਠੋਗੇ ਅਤੇ ਸੀਨੇ 'ਤੇ ਹੱਥ ਬੰਨ੍ਹ ਲਵੋਗੇ। ਇਸ ਤੋਂ ਬਾਅਦ ਤੁਹਾਡੀ ਨੱਕ ਤੋਂ ਲਹੂ ਵਗਣ ਲੱਗੇਗਾ। ਦੁਪਹਿਰ ਨੂੰ ਉਸ ਨੌਜਵਾਨ ਨੇ ਠੀਕ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਉਸ ਨੂੰ ਸੁਝਾਅ ਦਿੱਤਾ ਗਿਆ ਸੀ। ਜਦੋਂ ਉਸ ਨੇ ਆਪਣੇ ਹੱਥ ਬੰਨ੍ਹ ਲਏ ਤਾਂ ਉਸ ਦੀ ਖੱਬੇ ਪਾਸੇ ਦੀ ਨੱਕ ਤੋਂ ਲਹੂ ਦੀਆਂ ਕੁਝ ਬੂੰਦਾਂ ਵਗਣ ਲੱਗੀਆਂ। ਇੱਕ ਹੋਰ ਮੌਕੇ 'ਤੇ ਬੁਰੂ ਨੇ ਇੱਕ ਰੋਗੀ ਨੂੰ ਸੰਬੋਧਨ ਕਰਕੇ ਉਸ ਦਾ ਨਾਮ ਉਸ ਦੀ ਬਾਂਹ 'ਤੇ ਇੱਕ ਔਜ਼ਾਰ ਦੀ ਭੌਂਥਰੀ ਨੋਕ ਨਾਲ ਲਿਖ ਦਿੱਤਾ। ਫਿਰ ਬੁਰੂ ਨੇ ਕਿਹਾ, ਅੱਜ ਦੁਪਹਿਰ 4 ਵਜੇ ਤੂੰ ਸੌਂ ਜਾਵੇਂਗਾ। ਮੇਰੀਆਂ ਖਿੱਚੀਆਂ ਹੋਈਆਂ ਲਕੀਰਾਂ ਤੇ ਤੁਹਾਡੇ ਹੱਥੋਂ ਲਹੂ ਨਿਕਲੇਗਾ, ਜਿਸ ਨਾਲ ਤੁਹਾਡਾ ਨਾਂ ਹੱਥ ਉੱਤੇ ਉੱਭਰ ਜਾਵੇਗਾ। ਉਸ ਦੁਪਹਿਰ ਰੋਗੀ 'ਤੇ ਨਜ਼ਰ ਰੱਖੀ ਗਈ। 4 ਵਜੇ ਉਹ ਸੌਂ ਗਿਆ। ਉਸ ਦੀ ਖੱਬੀ ਬਾਂਹ 'ਤੇ ਅੱਖਰ ਚਮਕਣ ਲੱਗੇ ਅਤੇ ਕਈ ਥਾਵਾਂ ਤੋਂ ਲਹੂ ਦੇ ਤੁਪਕੇ ਵੀ ਦਿਖਣ ਲੱਗੇ। ਭਾਵੇਂ ਅੱਖਰ ਹੌਲੀ-ਹੌਲੀ ਮਿਟ ਗਏ, ਲੇਕਿਨ 3 ਮਹੀਨੇ ਬਾਅਦ ਵੀ ਉਹ ਧੁੰਦਲੇ ਦਿਖ ਰਹੇ ਸਨ। ਤੱਥ ਪਹਿਲਾਂ ਦੱਸੀਆਂ ਗਈਆਂ 2 ਮੁੱਢਲੀਆਂ ਮਾਨਤਾਵਾਂ ਨੂੰ ਸਹੀ ਸਾਬਤ ਕਰਦੇ ਹਨ। ਅਵਚੇਤਨ ਮਨ ਹਮੇਸ਼ਾ ਸੁਝਾਅ ਦੀ ਸ਼ਕਤੀ ਨਾਲ ਪਾਲਣ ਕਰਦਾ ਹੈ ਅਤੇ ਸਰੀਰ ਦੇ ਕਾਰਜਾਂ, ਅਨੁਭੂਤੀਆਂ ਅਤੇ ਸਥਿਤੀਆਂ ਉੱਤੇ ਪੂਰਾ ਕਾਬੂ ਰੱਖਦਾ ਹੈ। ਪਹਿਲਾਂ ਦੱਸੇ ਹੋਏ ਸਾਰੇ ਉਦਾਹਰਣ ਦੱਸਦੇ ਹਨ ਕਿ ਨਾਟਕੀ ਤਰੀਕਿਆਂ ਨਾਲ ਦਿੱਤੇ ਗਏ ਸੁਝਾਅ ਬਹੁਤ ਅਸਾਧਾਰਨ ਸਥਿਤੀਆਂ ਨੂੰ ਪ੍ਰੇਰਿਤ ਕਰ ਸਕਦੇ ਹਨ।
ਇਹ ਇਸ ਗੱਲ ਦਾ ਸਬੂਤ ਹੈ ਕਿ ਵਿਅਕਤੀ ਆਪਣੇ ਦਿਲ ਅਵਚੇਤਨ ਮਨ ਵਿੱਚ ਜਿਵੇਂ ਦਾ ਸੋਚਦਾ ਹੈ ਉਹ ਤਿਵੇਂ ਦਾ ਹੀ ਬਣ ਜਾਂਦਾ ਹੈ। ਯਾਦ ਰੱਖਣ ਲਾਇਕ ਵਿਚਾਰ। ਨੰਬਰ 1, ਆਪਣੇ ਆਪ ਨੂੰ ਵਾਰ-ਵਾਰ ਯਾਦ ਦਿਲਾਓ ਕਿ ਉਪਚਾਰਕ ਸ਼ਕਤੀ ਤੁਹਾਡੇ ਅਵਚੇਤਨ ਮਨ ਵਿੱਚ ਹੈ। ਨੰਬਰ 2, ਜਾਣ ਲਵੋ ਕਿ ਆਸਥਾ ਜ਼ਮੀਨ ਵਿੱਚ ਬੀਜੇ ਗਏ ਬੀਜ ਵਾਂਗ ਹੈ। ਇਹ ਆਪਣੀ ਤਰ੍ਹਾਂ ਦਾ ਫਲ ਦਿੰਦੀ ਹੈ। ਆਪਣੇ ਮਨ ਵਿੱਚ ਇਹ ਵਿਚਾਰ ਦਾ ਬੀਜ ਲਓ, ਇਸ ਆਸ ਦਾ ਪਾਣੀ ਅਤੇ ਖਾਦ ਦਿਓ, ਇਹ ਵਾਸਤਵਿਕਤਾ ਵਿੱਚ ਬਦਲ ਜਾਵੇਗਾ। ਨੰਬਰ 3, ਕਿਸੇ ਪੁਸਤਕ, ਨਵੀਂ ਕਾਢ ਜਾਂ ਨਾਟਕ ਦਾ ਵਿਚਾਰ ਤੁਹਾਡੇ ਮਸਤਿਸ਼ਕ ਵਿੱਚ ਹਕੀਕਤ ਹੈ। ਇਸ ਲਈ ਤੁਸੀਂ ਇਸ ਗੱਲ ਉੱਤੇ ਯਕੀਨ ਕਰ ਸਕਦੇ ਹੋ ਕਿ ਇਹ ਇਸ ਵੇਲੇ ਤੁਹਾਡੇ ਕੋਲ ਹੈ। ਆਪਣੇ ਵਿਚਾਰ, ਯੋਜਨਾ ਜਾਂ ਕਾਢ ਦੀ ਵਾਸਤਵਿਕਤਾ ਉੱਤੇ ਯਕੀਨ ਕਰੋ। ਜਦੋਂ ਤੁਸੀਂ ਇੰਜ ਕਰੋਗੇ ਤਾਂ ਇਹ ਪ੍ਰਗਟ ਹੋ ਜਾਵੇਗਾ। ਨੰਬਰ 4, ਕਿਸੇ ਹੋਰ ਲਈ ਪ੍ਰਾਰਥਨਾ ਕਰਨ ਵੇਲੇ ਇਹ ਜਾਣ ਲਵੋ ਕਿ ਪੂਰਨਤਾ, ਸੁੰਦਰਤਾ ਅਤੇ ਆਦਰਸ਼ ਦਾ ਤੁਹਾਡਾ ਆਂਤਰਿਕ ਗਿਆਨ ਕਿਸੇ ਦੂਜੇ ਦੇ ਅਵਚੇਤਨ ਮਨ ਦੇ ਨਕਾਰਾਤਮਕ ਸਰੂਪ ਨੂੰ ਬਦਲ ਸਕਦਾ ਹੈ ਅਤੇ ਅਦਭੁਤ ਨਤੀਜੇ ਵੀ ਦੇ ਸਕਦਾ ਹੈ। ਨੰਬਰ 5, ਤੁਸੀਂ ਵਿਭਿੰਨ ਧਰਮ ਸਥਾਨਾਂ ਉੱਤੇ ਜਿਨ੍ਹਾਂ ਚਮਤਕਾਰੀ ਉਪਚਾਰਾਂ ਬਾਰੇ ਸੁਣਦੇ ਹੋ ਉਹ ਕਲਪਨਾ ਸ਼ਕਤੀ ਅਤੇ ਅੰਨੀ ਆਸਥਾ ਦੇ ਕਾਰਨ ਹੁੰਦੇ ਹਨ, ਜਿਹੜੇ ਕਿ ਅਵਚੇਤਨ ਮਨ ਉੱਤੇ ਕਾਰਜ ਕਰਕੇ ਉਪਚਾਰਕ ਸ਼ਕਤੀ ਨੂੰ ਮੁਕਤ ਕਰਦੀ ਹੈ। ਨੰਬਰ 6, ਸਾਰੇ ਰੋਗ ਮਸਤਿਸ਼ਕ ਵਿੱਚ ਪੈਦਾ ਹੁੰਦੇ ਹਨ। ਕੋਈ ਵੀ ਚੀਜ਼ ਉੱਤੇ ਉਦੋਂ ਤੱਕ ਪ੍ਰਗਟ ਨਹੀਂ ਹੁੰਦੀ ਜਦੋਂ ਤੱਕ ਕਿ ਉਸ ਦੇ ਅਨੁਰੂਪ ਮਾਨਸਿਕ ਸੰਰਚਨਾ ਨਾ ਹੋਵੇ। ਨੰਬਰ 7, ਸਮੋਹਨ ਦੇ ਸੁਝਾਅ ਨਾਲ ਤਕਰੀਬਨ ਹਰ ਰੋਗ ਦੇ ਲੱਛਣ ਉਤਪੰਨ ਕੀਤੇ ਜਾ ਸਕਦੇ ਹਨ। ਇਸ ਤੋਂ ਪਤਾ ਚੱਲਦਾ ਹੈ ਕਿ ਤੁਹਾਡੇ ਵਿਚਾਰ ਕਿੰਨੇ ਸ਼ਕਤੀਸ਼ਾਲੀ ਹਨ। ਨੰਬਰ 8, ਉਪਚਾਰ ਦੀ ਸਿਰਫ ਇੱਕੋ ਹੀ ਪ੍ਰਕਿਰਿਆ ਹੈ ਅਤੇ ਉਹ ਹੈ ਆਸਥਾ। ਸਿਰਫ ਇੱਕੋ ਹੀ ਉਪਚਾਰਕ ਸ਼ਕਤੀ ਹੈ ਅਤੇ ਉਹ ਹੈ ਤੁਹਾਡਾ ਅਵਚੇਤਨ ਮਨ। ਭਾਵੇਂ ਤੁਹਾਡੀ ਆਸਥਾ ਦੀ ਵਸਤੂ ਸੱਚੀ ਜਾਂ ਝੂਠੀ ਹੋਵੇ, ਤੁਹਾਨੂੰ ਨਤੀਜੇ ਮਿਲਣਗੇ। ਤੁਹਾਡਾ ਅਵਚੇਤਨ ਮਨ ਤੁਹਾਡੇ ਮਸਤਿਸ਼ਕ ਦੇ ਵਿਚਾਰ ਉੱਤੇ ਪ੍ਰਤੀਕਿਰਿਆ ਕਰਦਾ ਹੈ। ਆਸਥਾ ਨੂੰ ਆਪਣੇ ਮਸਤਿਸ਼ਕ ਦੇ ਵਿਚਕਾਰਕ ਰੂਪ ਵਿੱਚ ਦੇਖੋ, ਇੰਨਾ ਹੀ ਕਾਫੀ ਹੈ। ਕਿਤਾਬ ਤੁਹਾਡੇ ਅਵਚੇਤਨ ਮਨ ਦੀ ਸ਼ਕਤੀ, ਲੇਖਕ ਡਾਕਟਰ ਜੋਸਫ ਮਰਫੀ। ਤੁਸੀਂ ਸੁਣ ਰਹੇ ਸੀ ਕਿਤਾਬ ਦਾ ਚੌਥਾ ਭਾਗ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।